विश्व प्रसिद्धि का जारी रहेगी। 100 रुपया दिओ, 200 रुपया डॉक्टर परमवीर सिंह जी USA वाले देंगे। तो आप आत्म मार्ग मैगजीन के मैंबर बन के गुरु घर दी खुशियां प्राप्त करो। सत्कारयोग बाबा हरपाल सिंह जी 1 घंटे वास्ते आप संगत दे मुखातब हो रहे हैं। वाहिगुरू जी का खालसा, वाहिगुरू जी की फतेह। वाहिगुरु सब किछ तेरा, मैं नहीं प्रभ सब किछ तेरा। एक निर्गुण युग सरगुण खेल करत विच स्वामी मेरा। वाहिगुरु 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 आपे ही राजने आपे ही राया, कह कह ठाकुर कह कह तेरा। नगर में आप बाहर पुण्य आपन, प्रभ मेरे को सकल बतेरा। वाहिगुरु 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 आपे ही राजने आपे ही राया, कह कह ठाकुर कह कह तेरा। नगर में आप बाहर घुने आपन, प्रभ मेरे को सगल बसेरा। कास तराउ कास बलवंता, जह बिखो तह तनेरा। साध मूर्त बिच गुरु नानक, बूंद नहीं अनहेरा। वाहिगुरु 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 वाहिगुरु
परम सत्कारयोग गुरु प्यारी साध संगत जियो, ख्याल बाहर जाण तो रोकण दा यतन करिए। चित्त विरतियां नूं इकागर करो। रसना दी पवित्रता दे वास्ते सारे ही उचारण करो जी, सतनाम श्री। बहुत ही पवित्र पावन स्थान, प्यारे दा प्यारा स्थान गुरुद्वारा ईश्वर प्रकाश रतवाड़ा साहब, जिथे ਉਹ परम प्यारे ਦੀ याद 19 ਸਾਲ ਬਾਅਦ ਵੀ ਬਰਕਰਾਰ ਹੈ, ਰਹਿਣੀ ਵੀ ਹੈ। ਅੱਜ ਦੇ ਦਿਨ 31 ਅਕਤੂਬਰ 2001 ਦੇ ਅੰਦਰ ਮਹਾਂਪੁਰਸ਼ਾਂ ਨੇ ਆਪਣਾ ਸਰੀਰਕ ਚੋਲੇ ਦਾ ਪਰਿਤਿਆਗ ਕੀਤਾ। ਸਾਧੂ ਬਰਮ ਗਿਆਨੀ ਸਦ ਜੀਵੈ ਨਹੀਂ ਮਰਤਾ, ਚੋਲਾ ਬਦਲਿਆ ਤੇ ਅੱਜ ਇਸ ਮਿਸ਼ਨ ਦੀ ਜੋ ਅਗਵਾਈ ਕਰ ਰਹੇ ਹਨ, ਉਹਨਾਂ ਦੇ ਰਾਹੀਂ ਉਹ ਮਹਾਂਪੁਰਸ਼ ਵਰਤ ਰਹੇ ਹਨ। ਭਾਵੇਂ ਕਿ ਹੁਣੇ ਹੀ ਬਹੁਤ ਪਿਆਰੇ ਸਤਿਕਾਰਯੋਗ ਬਾਬਾ ਗੁਰਪਾਲ ਸਿੰਘ ਜੀ ਅੱਜ ਦੇ ਹਾਲਾਤ ਤੇ ਬੋਲਦੇ ਹੋਏ ਦੱਸ ਰਹੇ ਸਨ ਕਿ ਕਿਵੇਂ ਇਹ COVID-19 ਵਾਇਰਸ ਸਾਰੇ ਸੰਸਾਰ ਦੇ ਵਿੱਚ ਫੈਲੀ। ਇਸ ਨੇ ਸਾਰੇ ਸੰਸਾਰ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ। ਕੋਈ ਹਰਿਓ ਬੂਟ ਰਿਹੋਰੀ, ਪਰ ਜਿਨ੍ਹਾਂ ਦੇ ਨਾਮ ਦੇ ਵਿੱਚ ਰਸਵਾਈ ਹੋ ਗਈ, ਨਾਮ ਦੇ ਵਿੱਚ ਅਭੇਦ ਹੋ ਗਏ। सर्व रोग का औखद नाम, ਉਹ ਨਾਮ 'ਚ ਸਥਿਤ ਹੋ ਗਏ। ਫਿਰ ਨਾਮ ਤਾਂ ਫਿਰ ਕੋਈ ਬਿਮਾਰੀ ਰਹਿਣ ਵੀ ਨਹੀਂ ਦਿੰਦਾ। ਦਵਾਈ ਵੀ ਜੋ ਵਰਤਦੇ ਹਾਂ, ਕਿਉਂਕਿ ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਉਹ ਦਵਾਈ ਸਾਨੂੰ ਪ੍ਰਾਪਤ ਹੋਈ। ਨਾਮ ਔਖਦ ਮੋਕੋ ਸਾਧੂ ਦੀਆ, ਸੰਤਨ ਮੋਕੋ ਪੂੰਜੀ ਸੌਂਪੀ। ਤੋ ਉਤਰਿਆ ਮਨ ਕਾ ਧੋਖਾ। ਕਿੱਡੀ ਬਖਸ਼ਿਸ਼ ਹੋਈ ਹੈ। ਸਾਡੇ ਇਸ ਘਰ ਦੇ ਵਿੱਚ 5 ਪਿਆਰੇ ਇਹ ਮੰਤਰ ਦਿੰਦੇ ਹਨ। ਕੱਲ੍ਹ ਨੂੰ 11 ਵਜੇ ਅੰਮ੍ਰਿਤ ਸੰਚਾਰ ਹੋ ਰਿਹਾ ਹੈ, ਕਿਉਂਕਿ ਗੁਰੂ ਕਦੇ ਵੀ ਨਾਮ ਨਹੀਂ ਦਿੰਦਾ, ਮੰਤਰ ਮਿਲਦਾ ਹੈ। ਮੰਤਰ ਦੀ ਕਮਾਈ ਜਿਨ੍ਹਾਂ ਦੀ ਆਪਾਂ ਯਾਦ ਵਿੱਚ ਬੈਠੇ ਹਾਂ, 19 ਸਾਲ ਬਾਅਦ ਵੀ 19ਵੀਂ ਵਰਸੀ ਤੇ ਭਾਵੇਂ ਕਿੰਨੇ ਵੀ ਔਕੜਾਂ ਹਨ, ਉਹਨਾਂ ਨੂੰ ਪਾਰ ਕਰਦੇ ਹੋਏ ਇਸ ਪਾਵਨ ਸਥਾਨ ਤੇ ਪਹੁੰਚੇ ਹੋ। ਡਾਕਟਰ ਸਾਹਿਬਾਨ ਜਿਨ੍ਹਾਂ ਦੇ ਬਾਰੇ ਸਟੇਜ ਸਕੱਤਰ ਸਿਆਣ ਸਾਹਿਬ ਨੇ ਅਨਾਉਂਸਮੈਂਟ ਕੀਤੀ ਹੈ, ਬਹੁਤ ਪਿਆਰਾ ਉਹ ਪਰਿਵਾਰ ਹੈ ਜੋ ਬਾਬਾ ਸਤਨਾਮ ਸਿੰਘ ਜੀ ਸੱਚਖੰਡ ਵਾਸੀ, ਜਿਨ੍ਹਾਂ ਨੇ ਵੀ ਉਹਨਾਂ ਦੇ ਦਰਸ਼ਨ ਕੀਤੇ ਹਨ। ਪਤਾ ਹੈ ਮੀਡੀਏ ਦਾ ਯੁੱਗ ਹੈ ਕਿ ਕਿਵੇਂ ਉਹਨਾਂ ਨੇ ਪਰਿਤਿਆਗ ਉਸੇ ਡਾਕਟਰ ਸਾਹਿਬ ਦੇ ਪਿਆਰ ਵਿੱਚ ਉੱਥੇ ਵੇਕਰਸਫੀਲਡ ਜਾ ਕੇ ਕੀਤਾ। ਤੇ ਪਿਆਰ ਦੇ ਵਿੱਚ ਪ੍ਰੇਮੀ ਸਭ ਕੁਝ ਨਿਸ਼ਾਵਰ ਕਰਨ ਵਾਸਤੇ ਤਿਆਰ ਹੋ ਜਾਂਦਾ ਹੈ। ਪਿਆਰ ਕੁਰਬਾਨੀ ਸਿਖਾਉਂਦਾ ਹੈ। ਪਿਆਰ 'ਚ ਆਪਾ ਸਮਰਪਿਤ ਹੈ। ਡਾਕਟਰ ਸਾਹਿਬਾਨ ਡਾਕਟਰ ਪਰਮਵੀਰ ਸਿੰਘ ਜੀ ਰਾਹਲ, ਉਹਨਾਂ ਦੀ ਸਪੁੱਤਰੀ ਵੀ ਡਾਕਟਰ ਹੈ, ਡਾਕਟਰ ਹਰਮਨ ਕੌਰ, ਸੁਪਤਨੀ ਵੀ, ਘਰ ਵਾਲੇ ਵੀ ਡਾਕਟਰ ਹਨ। ਸਾਰਾ ਹੀ ਪਰਿਵਾਰ ਡਾਕਟਰ ਹੈ। ਕਿਰਪਾ ਹੈ, ਉਹਨਾਂ ਨੂੰ ਪਤਾ ਹੈ ਕਿ ਇੱਥੇ ਵੀ ਜਦੋਂ ਦਵਾਈਆਂ ਦਿੰਦੇ, ਕੈਂਪ ਲੱਗਦੇ, ਜਿਵੇਂ ਸਾਲਾਂ ਦੇ ਸਾਲਾਂ ਤੋਂ ਅੱਖਾਂ ਦੇ ਕੈਂਪ, ਤੱਖਰ ਬ੍ਰਦਰ ਇੰਗਲੈਂਡ ਵਾਲੇ, ਹੁਣ ਉਹ ਟਰਸਟ ਲਾਉਂਦਾ ਇੰਗਲੈਂਡ ਜੋ ਰਜਿਸਟਰਡ ਹੈ। ਤੇ ਡਾਕਟਰ ਸਾਹਿਬ ਦਵਾਈ ਦੇਣ ਦੇ ਸਮੇਂ ਵੀ ਇਹੀ ਕਹਿੰਦੇ ਕਿ ਦਵਾਈ ਵਰਤਣ ਸਮੇਂ
ਇਸ ਦੇ ਉੱਤੇ ਮੂਲ ਮੰਤਰ ਪੜੋ ਤੇ ਬੇਸਿਕ ਐਲੀਮੈਂਟ ਤੱਤ ਬਦਲ ਜਾਂਦੇ ਹਨ। ਕੁਝ ਵੀ ਛਕਣਾ ਹੈ, ਜੇ ਉਸ ਦੇ ਉੱਤੇ ਅਸੀਂ ਮੰਤਰ ਪੜ੍ਹਦੇ ਹਾਂ, ਉਸ ਦੇ ਬੇਸਿਕ ਤੱਤ ਬਦਲ ਜਾਂਦੇ ਹਨ। ਉਹ ਪ੍ਰਸਾਦ ਬਣ ਜਾਂਦਾ ਹੈ। ਪ੍ਰਸਾਦ ਭਰਮ ਕਾ ਨਾਸ। ਸੋ ਬਹੁਤ ਸਿਆਣੇ ਹਨ, ਉਹਨਾਂ ਨੂੰ ਪਤਾ ਹੈ ਕਿ ਕਿਵੇਂ ਇਹ ਜੁਗਤ ਮਿਲਣੀ ਹੈ। ਉਹ ਡਾਕਟਰ ਸਾਹਿਬ ਤਾਂ ਚਾਹੁੰਦੇ ਹਨ ਕਿ ਇਹ ਫ੍ਰੀ ਹੀ ਦਿੱਤਾ ਜਾਵੇ, ਕਿਉਂਕਿ ਇਹ ਵੀ ਲੰਗਰ ਹੈ। ਪਰ ਫਿਰ ਵੀ ਕਿਰਪਾ ਹੈ ਮਹਾਂਪੁਰਸ਼ ਟਰੱਸਟ ਰਤਵਾੜਾ ਸਾਹਿਬ 25 ਤੋਂ 30 ਲੱਖ ਰੁਪਇਆ ਇਸ ਦੇ ਵਿੱਚ ਹਰ ਸਾਲ ਪਾਇਆ ਜਾਂਦਾ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਪੂਜਾ ਅਕਾਲ ਕੀ, ਦੀਦਾਰ ਖਾਲਸੇ ਦਾ, ਪਰਚਾ ਸ਼ਬਦ ਦਾ ਇਹ ਸਾਰੇ ਸੰਸਾਰ ਦੇ ਵਿੱਚ ਇਹ ਫੈਲ ਜਾਵੇ, ਜੋ ਨਾਮ ਬਾਣੀ ਦਾ ਸਿਧਾਂਤ ਹੈ। ਸੋ ਇਸੇ ਕਰਕੇ ਇਹ ਅਨਾਉਂਸਮੈਂਟ ਬਾਰ-ਬਾਰ ਇੱਥੋਂ ਹੋਣੀ ਹੈ ਕਿ ਆਤਮ ਮਾਰਗ ਜ਼ਰੂਰ ਅਪਣਾਓ। ਕਿਵੇਂ ਅਪਣਾਉਣਾ ਹੈ, ਇਹ ਤੁਹਾਨੂੰ ਇਸ ਮਹਾਂਪੁਰਸ਼ਾਂ ਦੀ ਪਿਆਰੀ ਪੱਤਰਕਾਰ ਨੇ ਦੱਸਣਾ ਹੈ। ਅੱਜ ਕੋਈ ਦੱਸਦਾ ਨਹੀਂ। ਉਹ ਮਹਾਂਪੁਰਸ਼ ਵੀ ਕਹਿੰਦੇ ਕਿ ਸਾਡੇ ਤੋਂ ਬਾਅਦ ਤੁਸੀਂ ਲੱਭੋਗੇ, ਪਰ ਔਖਾ ਹੋ ਜਾਂਦਾ। ਸਾਧੂ ਮਿਲ ਤਾਂ ਜਾਂਦੇ ਨੇ, ਪਰ ਉਹ ਸੁਣ ਰਹੇ ਸੀ ਬਾਬਾ ਜਸਵਿੰਦਰ ਸਿੰਘ ਜੀ ਕਿ ਹੁਣ ਨਜ਼ੀਕ ਖੁਦਾਏ ਦੇ ਭੇਤ ਨਾ ਕਿਸੇ ਦੇਣ। ਸਾਧੂ ਭੇਤ ਨਹੀਂ ਦੱਸਦੇ, ਪਰ ਸਾਨੂੰ ਐਸੇ ਮਹਾਂਪੁਰਸ਼ ਮਿਲੇ, ਕਿੰਨੇ ਦਿਆਲੂ ਕਿਰਪਾਲੂ, ਉਹਨਾਂ ਦੇ ਜੀਵਨ ਸਾਥੀ, ਸਾਡੇ ਸਾਰਿਆਂ ਦੇ ਪਰਮ ਪੂਜਯ ਸਤਿਕਾਰਯੋਗ ਬੀਜੀ, ਜਿਨ੍ਹਾਂ ਨੇ ਵੀ ਇਸ ਸਮਾਗਮ ਦੇ ਨਾਲ ਹੀ ਜੋੜ ਦਿੱਤਾ। ਜੋ 2013 ਦੇ ਵਿੱਚ ਸਮਾਗਮ ਸੀ, ਉਸ ਸਮਾਗਮ ਤੇ ਸੰਗਤਾਂ ਵਾਪਸ ਜਾਂਦੀਆਂ ਫਿਰ ਬੁਲਾ ਲਈਆਂ। 1 ਨਵੰਬਰ ਅਗਲੇ ਦਿਨ ਹੀ ਉਹਨਾਂ ਨੇ ਭਾਣਾ ਵਰਤਾ ਦਿੱਤਾ ਰਾਤ ਦੇ 11:30 ਵਜੇ। ਕੱਲ੍ਹ ਨੂੰ ਜਦੋਂ ਇਸ ਸਤਸੰਗ ਦੀ ਸਮਾਪਤੀ ਉਸੇ ਸਮੇਂ ਹੋਣੀ ਹੈ। ਤੇ ਹੁਣ ਜੋ ਮਹਾਂਪੁਰਸ਼ ਜਿਨ੍ਹਾਂ ਦੇ ਪਿਆਰ ਵਿੱਚ ਦੇਖੋ ਪ੍ਰੇਮੀ, ਤੁਹਾਡੇ ਤੋਂ ਕੋਈ ਡਿਮਾਂਡ ਨਹੀਂ, ਕਿਉਂਕਿ ਸੰਸਥਾ ਰਾੜਾ ਸਾਹਿਬ ਜੋ ਚੱਲੀ ਹੈ, ਜਿਵੇਂ ਅੰਮ੍ਰਿਤ ਵੇਲੇ ਵੀ ਬਚਨ ਮਹਾਂਪੁਰਸ਼ਾਂ ਦੇ ਸੁਣੇ ਹਨ ਕਿ ਕਿਵੇਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਸੰਪਰਦਾਇ ਚੱਲੀ। ਭਾਈ ਸਾਹਿਬ ਭਾਈ ਦਇਆ ਸਿੰਘ ਜੀ ਤੋਂ ਚੱਲਦੀ ਚੱਲਦੀ ਰਾੜਾ ਸਾਹਿਬ, ਰਤਵਾੜਾ ਸਾਹਿਬ, ਹੋਰ ਕਿੰਨੇ ਟਹਿਕ ਦੇ ਫੁੱਲ ਹਨ। ਇਹ ਜਗ੍ਹਾ ਜਗ੍ਹਾ ਤੇ ਇਸ ਦਾ ਪ੍ਰਚਾਰ ਹੁੰਦਾ ਹੈ। ਸੰਪਰਦਾ ਦੇ ਅਸੂਲ ਹਨ, ਕਦੇ ਬਾਜਿਆਂ ਤੇ ਨਹੀਂ ਪੈਸੇ ਰੱਖੇ ਜਾਂਦੇ, ਕਦੇ ਗੁਰੂ ਘਰ ਤੋਂ ਸਿਰਪਾਉ ਦੇ ਉੱਤੇ ਪੈਸੇ ਰੱਖ ਕੇ ਨਹੀਂ ਪ੍ਰਵਾਨ ਕੀਤੇ ਜਾਂਦੇ। ਬਖਸ਼ਿਸ਼ ਤਾਂ ਚਲੋ ਗੁਰੂ ਦੀ ਹੀ ਹੁੰਦੀ, ਸਿਰਪਾਉ ਤਾਂ ਲੈਣਾ ਹੁੰਦਾ ਹੈ। ਪਰ ਗੁਰੂ ਘਰ ਤੋਂ ਮਹਾਂਪੁਰਸ਼ਾਂ ਨੇ ਇਹ ਅਸੂਲ ਬਣਾ ਦਿੱਤੇ ਕਿ ਇੱਥੇ ਇਹ ਪੈਸਾ ਇੱਕ ਜੇਬ ਚੋਂ ਕੱਢ ਕੇ ਦੂਜੀ ਚ ਪਾਉਣਾ ਸੋਭਾ ਨਹੀਂ ਦਿੰਦਾ। ਸੋ ਅਸੂਲ ਹਨ, ਕੋਈ ਅਪੀਲ ਨਹੀਂ, ਕੋਈ ਅਗਰਾਹੀ ਨਹੀਂ ਹੁੰਦੀ। ਤੇ ਇੱਥੇ ਜਿਹੜੀ ਇਹ ਅਪੀਲ ਵੀ ਕੀਤੀ ਹੈ ਕਿ ਦੇਖੋ ਕਿੱਡਾ ਪਿਆਰ ਹੈ ਉਹ ਪ੍ਰੇਮੀ ਦਾ। ਉਹ ਚਾਹੁੰਦਾ ਕਿ ਫ੍ਰੀ, ਡਾਕਟਰ ਪਰਮਵੀਰ ਸਿੰਘ ਰਾਹਲ, ਕਿ ਫ੍ਰੀ ਦਿੱਤਾ ਜਾਵੇ, ਪਰ ਫਿਰ ਵੀ ਤੁਹਾਡੇ ਤੋਂ ਆਸ ਰੱਖੀ ਕਿ 100 ਰੁਪਇਆ ਤੁਸੀਂ ਜ਼ਰੂਰ ਪਾਓ ਇਹਦੇ ਵਿੱਚ ਯੋਗਦਾਨ। ਹੈ ਕਿ ਅੱਜ ਦੇ ਸਮੇਂ ਦੇ ਵਿੱਚ ਬਾਬੇ ਕੇ ਨਾ ਦੇ ਬਾਬਰ ਕੇ ਗਏ, ਆਮ ਹੀ ਕੋਈ ਘੇਰ ਕੇ ਲੈ ਲੈਂਦਾ ਹੈ, ਟ੍ਰੈਫਿਕ ਵਾਲਾ ਜਾਂ ਹੋਰ ਕਿੰਨਾ ਕੁਝ ਹੈ। ਸੋ ਇਸ ਤਰ੍ਹਾਂ ਦੇ ਨਾਲ ਇਹ ਰਸਤਾ ਕਿਵੇਂ ਪਤਾ ਲੱਗਣਾ, ਮਹਾਂਪੁਰਸ਼ਾਂ ਨੇ ਪ੍ਰੈਕਟੀਕਲ ਕਰਕੇ ਦਿਖਾਇਆ। ਹੁਣ ਜਿਹੜਾ ਸਮਾਂ ਆਉਣ ਵਾਲਾ ਹੈ, 13 ਮਿੰਟ ਬਾਕੀ ਹਨ, ਇੰਨੇ ਸਮੇਂ ਦੇ ਵਿੱਚ ਆਓ ਆਪਣੇ ਮਨ ਨੂੰ ਮਨਾਈਏ, ਉਸ ਜੁਗਤ ਨੂੰ ਅਪਣਾਈਏ ਜੋ ਸਤਿਪੁਰਸ਼ਾਂ ਨੇ ਦੱਸੀ ਹੈ। ਇਸ ਇਲਾਕੇ ਨੂੰ ਕੌਣ ਜਾਣਦਾ ਸੀ? ਮਹਾਂਪੁਰਸ਼ ਜਦੋਂ ਰਾੜਾ ਸਾਹਿਬ ਵਾਲੇ ਚੰਡੀਗੜ੍ਹ ਆਏ, ਦੀਵਾਨ ਮੰਗੇ, ਕਹਿੰਦੇ ਤੁਹਾਡਾ ਤਾਂ ਨੰਬਰ ਹੀ 40ਵਾਂ ਹੈ, 1971 ਦੀ ਇਹ ਵਾਰਤਾਲਾਪ ਹੈ, ਤੇ ਤੁਹਾਡੇ ਨੰਬਰ ਆਉਣ 'ਚ ਦੇਰ ਲੱਗਣੀ, ਕੋਈ ਆਓ ਆਪੇ ਇਹ ਹੋ ਜਾਊ। ਸੋ ਇਹਨਾਂ ਰਾਹੀਂ, ਮਹਾਂਪੁਰਸ਼ਾਂ ਦੇ ਰਾਹੀਂ, ਰਾੜਾ ਸਾਹਿਬ ਵਾਲਿਆਂ ਦੇ ਉਹ ਬਚਨ ਸਾਕਾਰ ਹੋਏ।
ਜਦੋਂ ਆਪ ਜੀ ਨੇ ਉਹਨਾਂ ਦੇ ਬਚਨਾਂ ਤੇ ਫੁੱਲ ਚੜਾਉਂਦੇ ਹੋਏ ਇੱਥੋਂ ਚੰਡੀਗੜ੍ਹ ਤੋਂ ਯੂਪੀ ਚਲੇ ਗਏ, ਇੱਕੋ ਹੀ ਬਚਨ ਸੀ ਕਿ ਤੁਸੀਂ ਇਹ ਨੌਕਰੀ ਦਾ ਤਿਆਗ ਕਰ ਦਿਓ। 24 ਸਾਲ ਦੀ ਸਰਵਿਸ ਸੀ, ਉਸ ਸਿਵਲ ਦੀ ਵੀ ਫੌਜ ਦੀ ਵੀ ਪੈਨਸ਼ਨੇਬਲ ਸਰਵਿਸ ਬਿਨਾਂ ਛੁੱਟੀ ਅਪਲਾਈ ਕਰਨ ਤੋਂ ਬਚਨ ਤੇ ਵਾਰ ਦਿੱਤੀ, ਤਿਆਗ ਕਰ ਦਿੱਤਾ ਪਿਆਰ 'ਚ। ਕਿੱਥੇ ਯੂਪੀ ਗਏ, ਉੱਥੇ ਵੀ ਤਰਾਈ ਸਿੱਖ ਮਿਸ਼ਨ ਕਾਇਮ ਕੀਤਾ, ਕਿੱਡੀਆਂ ਬਖਸ਼ਿਸ਼ਾਂ ਵਰਤਾਈਆਂ। ਉੱਥੇ ਤਾਂ ਸ਼ਰਾਬ ਪੀ ਕੇ ਨਾਲ ਜਥਾ ਚੱਲਦਾ, ਕਿਉਂਕਿ ਪਹਿਲਿਆਂ 'ਚ ਸਮਾਂ ਹੀ ਐਸਾ ਸੀ ਪੰਜਾਬੀ ਉੱਥੇ ਜੰਗਲ ਆਬਾਦ ਕਰਦੇ, ਸ਼ਰਾਬਾਂ ਦੇ ਸ਼ਰਾਬ ਢੋਲ ਕੱਢੇ ਜਾਂਦੇ ਤੇ ਮਹਾਂਪੁਰਸ਼ਾਂ ਨੇ ਬੀੜਾ ਚੁੱਕਿਆ ਤੇ ਉਹਨਾਂ ਨੂੰ ਪਿਆਰ ਨਾਲ ਪ੍ਰੇਰਨਾ ਦਿੱਤੀ। ਜਦੋਂ ਉਹਨਾਂ ਨੂੰ ਇਹ ਪਤਾ ਲੱਗਿਆ, ਸੋਝੀ ਆ ਗਈ ਕਿ ਇਹ ਤਾਂ ਨਖਿੱਧ ਕਰਮ ਹੈ, ਫਿਰ ਉਹਨਾਂ ਨੇ ਢੋਲ ਦਿੱਤੇ, ਢੋਲਾਂ ਦੇ ਢੋਲ, ਜਥੇਦਾਰ ਬਣ ਗਏ, ਦੂਜਿਆਂ ਨੂੰ ਵੀ ਜੋੜ ਦਿੱਤਾ, ਤਰਾਈ ਸਿੱਖ ਮਿਸ਼ਨ ਕਾਇਮ ਕੀਤਾ। ਹੁਣ ਚੰਡੀਗੜ੍ਹ ਤੋਂ ਭੇਜੇ ਸੀ ਵੱਡੇ ਮਹਾਰਾਜ ਜੀ ਨੇ, ਛੋਟੇ ਮਹਾਰਾਜ ਉਦੋਂ ਸਰੀਰ ਵਿੱਚ ਸਨ, ਬਾਬਾ ਕਿਸ਼ਨ ਸਿੰਘ ਜੀ ਰਾੜਾ ਸਾਹਿਬ। ਉਹ ਕਹਿਣ ਲੱਗੇ ਕਿ ਚਲੋ ਸਾਧੂ ਕੋਲ ਜੁਗਤੀ ਹੁੰਦੀ ਹੈ ਕਿ ਜੇ ਚੰਡੀਗੜ੍ਹ ਨਹੀਂ ਰਹਿਣਾ ਤਾਂ ਮੋਹਾਲੀ ਨਿਵਾਸ ਰੱਖੋ। ਉੱਥੇ ਫਿਰ 781 3V1 'ਚ ਨਿਵਾਸ ਰੱਖਿਆ। ਕਿੱਡੇ ਪਰਉਪਕਾਰ ਹੋਏ ਆਪਾਂ ਸਾਰਿਆਂ ਨੂੰ ਇਹ ਸਮਾਂ ਮਿਲਿਆ। ਉਸ ਤੋਂ ਬਾਅਦ ਕਿੱਡੀ ਬਖਸ਼ਿਸ਼ ਹੋਈ। 1986 ਦੇ ਵਿੱਚ ਇੱਥੇ ਰਤਵਾੜਾ ਪਿੰਡ ਦਾ ਉਹ ਪ੍ਰੇਮੀ ਜਿਹੜਾ ਕਦੇ ਸੂਮ ਸੀ, ਸੂਮੇ ਧਨ ਰਾਖਣ ਕੋ ਦੀਆ, ਉਹਨੂੰ ਪ੍ਰੇਰਿਤ ਕੀਤਾ ਭਾਈ ਬਸਤਾ ਸਿੰਘ ਨੂੰ, ਜਿਹਨੇ ਸਭ ਤੋਂ ਪਹਿਲਾਂ 11 ਕਨਾਲ ਦਾਨ ਕੀਤੀ। ਮਹਾਂਪੁਰਸ਼ ਕਹਿੰਦੇ 10 ਏਕੜ ਚਾਹੀਦੀ ਘੱਟੋ ਘੱਟ, 5 ਦਿਨ ਸਤਸੰਗ ਰੱਖੇ, 10 ਏਕੜ ਜ਼ਮੀਨ ਅਖੀਰਲੇ ਸਤਸੰਗ ਤੇ ਅਰਦਾਸ ਹੋ ਗਈ। ਤੇ ਇੱਥੇ ਫਿਰ 1986 ਦੇ ਵਿੱਚ ਭਾਗ ਲੱਗੇ ਇਸ ਧਰਤੀ ਨੂੰ, ਜੋ ਕਿ ਪੁਰਾਤਨ ਧਰਤੀ ਹੈ। ਭਾਗ ਤਾਂ ਪਹਿਲਾਂ ਤੋਂ ਹੀ ਲੱਗੇ ਹੋਏ ਸਨ, ਪਰ ਅਜੇ ਪ੍ਰਗਟ ਹੋਣ ਦਾ ਸਮਾਂ ਨਹੀਂ ਸੀ ਆਇਆ, ਕਿਉਂਕਿ ਕ੍ਰਿਸ਼ਨ ਭਗਵਾਨ ਜੀ ਵੀ ਆਏ, ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਵੀ ਪਾਵਨ ਚਰਨ ਪਏ, ਅਗਿਆਤਵਾਸ ਦਾ ਸਮਾਂ ਵੀ ਪਾਂਡਵਾਂ ਨੇ ਇੱਥੇ ਕੱਢਿਆ, ਨਿਸ਼ਾਨੀਆਂ ਹਨ। ਸੋ ਇਸ ਤਰ੍ਹਾਂ ਦੇ ਨਾਲ ਸਮਾਂ ਆਪਣੀ ਚਾਲੀ ਬੀਤਦਾ ਗਿਆ। ਇਹ ਕਰਦੇ ਕਰਦੇ 1995 ਦੇ ਵਿੱਚ ਸਾਰੇ ਸੰਸਾਰ ਦੇ ਵਿੱਚ ਗੁਰਬਾਣੀ ਇਸ ਜਗ ਮੇਂ ਚਾਨਣ ਫੈਲਾਉਣ ਵਾਸਤੇ ਮਹਾਂਪੁਰਸ਼ਾਂ ਨੇ ਪ੍ਰਿੰਟ ਮੀਡੀਆ ਦੀ ਵਰਤੋਂ ਕੀਤੀ। ਪਹਿਲਾਂ ਇਲੈਕਟ੍ਰੋਨਿਕ ਮੀਡੀਆ ਦੀ ਵਰਤੋਂ ਕਰਕੇ ਜੋ ਵੱਡਿਆਂ ਦਾ ਬਚਨ 1973 ਦਾ ਉਹ ਸਫਲ ਕੀਤਾ ਕਿ ਤੁਸੀਂ ਮੈਗਜ਼ੀਨ ਕੱਢੋ, ਮੈਗਜ਼ੀਨ ਦੇ ਰਾਹੀਂ ਇਹ ਪ੍ਰਚਾਰ ਕਰੋ, ਫਿਲਮਾਂ ਬਣਾਓ। ਉਸ ਸਮੇਂ 1973 ਦੇ ਵਿੱਚ ਫਿਲਮਾਂ ਨੂੰ ਤਾਂ ਕੋਈ ਜਾਣਦਾ ਨਹੀਂ ਸੀ ਤੇ ਫਿਲਮਾਂ ਰਾਹੀਂ ਪ੍ਰਚਾਰ ਹੋਇਆ। ਪ੍ਰਿੰਟ ਮੀਡੀਆ ਦੀ ਵਰਤੋਂ ਫਿਰ ਇਹ 1995 'ਚ ਹੋਈ, ਜਿਹਦੇ ਬਾਰੇ ਤੁਹਾਨੂੰ ਇੱਥੋਂ ਬਾਰ-ਬਾਰ ਕਿਹਾ ਜਾਂਦਾ ਹੈ, ਕਿਉਂਕਿ ਮੌਖਿਕ ਬਚਨ ਭੁੱਲ ਜਾਣੇ ਨੇ। ਕਿੰਨੇ ਹੁਣ ਤੱਕ ਬਚਨ ਹੋਏ ਅਸੀਂ ਸਵੇਰ ਤੋਂ ਸੁਣ ਰਹੇ, ਅੰਮ੍ਰਿਤ ਵੇਲੇ ਤੋਂ ਹੀ। ਮਹਾਂਪੁਰਸ਼ਾਂ ਦੀ ਜਿਹੜੀ ਸਵਾਸ ਰਾਹੀਂ ਜੁਗਤ ਦਰਸਾਈ ਇੱਥੇ 7ਵੇਂ ਸਮਾਗਮ ਦੇ ਉੱਤੇ, ਉਹਨੂੰ ਵੀ ਅਪਣਾਇਆ ਤੇ ਇਹਨੂੰ ਅਸੀਂ ਇੱਕ ਰਿਪੀਟ ਕਰ ਰਹੇ ਹਾਂ। ਰੈਪੀਟੇਸ਼ਨ 'ਚ ਐਨਰਜੀ ਹੈ, ਕਿਉਂਕਿ ਵੈਖਰੀ ਬਾਣੀ 'ਚ ਬੋਲ ਕੇ ਆਪਾਂ ਹੁਣ ਬੋਲ ਕੇ ਹੀ ਵਾਹਿਗੁਰੂ ਵਾਹਿਗੁਰੂ ਉੱਚੀ ਉੱਚੀ ਕੀਤਾ, ਇਹ ਵੈਖਰੀ ਬਾਣੀ ਹੈ। ਮੱਧਮਾਂ ਦੇ ਵਿੱਚ ਬੁੱਲ ਹਿੱਲਦੇ ਨੇ, ਹੁਣ ਅੰਦਰੋਂ ਅੰਦਰ ਕਰੀ ਚੱਲੋ, ਜੀਭ ਵੀ ਹਿਲਦੀ, ਆਵਾਜ਼ ਫਾਰ ਨਹੀਂ ਆਉਂਦੀ। ਫਿਰ ਪਸੰਤੀ ਬਾਣੀ ਦੇ ਵਿੱਚ ਬਿਨ ਜੀਭਾ ਜੋ ਜਪੇ ਹਿਆਏ, ਕੋਈ ਜਾਣੈ ਕੈਸਾ ਨਉ। ਹੁਣ ਹਿਰਦੇ ਦੀ ਸਾਂਝ ਹੈ ਪਿਆਰ ਦੀ। ਇਹ ਹਿਰਦਾ ਇੱਕ ਬ੍ਰਹਮੰਡੀ ਹਿਰਦਾ ਹੈ। ਉਹ ਜਦੋਂ ਅਸੀਂ ਸਵਾਸ ਦੀ ਮਦਦ ਨਾਲ ਪਰਾਬਾਣੀ 'ਚ ਸਵਾਸ ਨੂੰ ਉੱਚਾ ਚੁੱਕਦੇ ਹਾਂ, ਆਗਿਆ ਚੱਕਰ 'ਚੋਂ ਧਿਆਨ ਧਰਦੇ ਧਰਦੇ ਧਿਆਤਾ ਧਿਆਨ ਤੇ ਦੀ ਤ੍ਰਿਕੁਟੀ ਤੋੜਦੇ ਹਾਂ। ਸਹੰਸਰਾਰ ਦਲ ਕਮਲ 'ਚੋਂ ਲੰਘ ਕੇ ਜਦੋਂ ਧਿਆਤਾ ਧਿਆਨ ਤੇ ਦੀ ਤ੍ਰਿਕੁਟੀ ਟੁੱਟਦੀ ਹੈ, ਗਿਆਤਾ ਗਿਆਨ ਗੇ ਇੱਕ ਹੋ ਜਾਂਦਾ ਹੈ।
ਦਸਮ ਦੁਆਰਾ ਅਗਮਾ ਪਾਰਾ ਪਰਮ ਪੁਰਖ ਕੀ ਘਾਟੀ। ਉੱਥੇ ਫਿਰ ਜਿਹੜਾ ਇਹ ਹੈ ਤ੍ਰਿਕੁਟੀ ਤੋਂ ਉੱਪਰ ਬ੍ਰਹਮੰਡੀ ਹਿਰਦਾ ਹੈ। ਸੋ ਇਸ ਤਰ੍ਹਾਂ ਦੇ ਨਾਲ ਇਹ ਜੁਗਤੀਆਂ ਹਨ। ਅੱਜ ਵੀ ਇਹ ਮਹਾਂਪੁਰਸ਼ ਆਪਣੇ ਸਰੀਰ ਦੀ ਨਾ ਪਰਵਾਹ ਕਰਦੇ ਹੋਏ, ਸਮਾਂ ਵੀ ਐਸਾ ਆਪਣੇ ਸਰੀਰ ਤੇ ਝੱਲਦੇ ਨੇ, ਫਿਰ ਵੀ ਦੇਖੋ ਹੁਣ ਸੰਗਤਾਂ ਨੂੰ ਦਰਸ਼ਨ ਦੇ ਰਹੇ ਨੇ। ਇਹਨਾਂ ਦੇ ਆਗਮਨ 'ਚ ਆਓ ਜਕਾਰਾ ਬੁਲਾਈਏ, ਫਿਰ ਅੱਗੇ ਆਪਾਂ ਮਹਾਂਪੁਰਸ਼ਾਂ ਦਾ ਜੋ ਸਰੀਰ ਦਾ ਪਰਿਤਿਆਗ ਦਾ ਸਮਾਂ ਉਹਨੂੰ ਸੰਭਾਲੀਏ। ਬੋਲੇ ਸੋ ਨਿਹਾਲ। ਸ੍ਰੀ ਅਕਾਲ। ਸਾਸ ਦੇ ਗੇੜੇ ਜਪ ਲੋ ਵਾਹਿਗੁਰੂ, ਗੇੜੇ ਲੋ ਵਾਹਿਗੁਰੂ। ਸਾਸ ਦੇ ਗੇੜੇ ਜਪ ਲੋ ਵਾਹਿਗੁਰੂ, ਸਾਸ ਦੇ ਗੇੜੇ ਜਪ ਲੋ ਵਾਹਿਗੁਰੂ। ਆਸ ਦੇ ਗੇੜੇ ਫਲੋ ਵਾਹਿਗੁਰੂ, ਦੇ ਗੇੜੇ ਵਾਹਿਗੁਰੂ। ਸਾਸ ਦੇ ਗੇੜੇ ਜਪ ਲੋ ਵਾਹਿਗੁਰੂ, ਸਾਸ ਦੇ ਗੇੜੇ ਜਪ ਲੋ ਵਾਹਿਗੁਰੂ। ਸਾਥ ਸਾਥ ਸਿਮਰੋ ਗੋਬਿੰਦ ਅੰਤਰ ਕੀ ਉਤਰੈ ਚਿੰਤ। ਕਿਵੇਂ ਸਵਾਸ ਦੇ ਰਾਹੀਂ ਜਪਣਾ ਹੈ, ਕਿਉਂਕਿ ਸਵਾਸ ਤਾਂ ਗਿਣਤੀ ਦੇ ਮਿਲੇ ਹਨ। ਗਣ ਘਾਲੇ ਸਭ ਦੇ ਸਾਸ, ਨਹਿ ਘਟਣ ਵੱਢਣ ਤਿਲ ਸਾਰ। ਪਤਾ ਨਹੀਂ ਕਿਹੜਾ ਸਵਾਸ ਆਖਰੀ ਹੋਣਾ। ਹਮ ਆਦਮੀ ਹਾਂ ਇੱਕ ਦਮੀ, ਮੋਹਲਤ ਮੋਹਤ ਨਾ ਜਾਣਾ। ਇਸ ਸਮੇਂ ਤੇ ਮਹਾਂਪੁਰਸ਼ਾਂ ਨੇ ਭਾਵੇਂ ਕਿ ਜਿਹੜੀ ਆ ਬੀਤ ਗਈ ਰਾਤ, ਰਾਤ ਨੂੰ ਹੀ ਬਚਨ ਕਰ ਦਿੱਤੇ ਕਿ ਇਹ ਸੰਪਰਦਾਇ ਦੇ ਵਿੱਚ ਸਿੱਧੇ ਬੈਠ ਕੇ ਸਰੀਰ ਦਾ ਪਰਿਤਿਆਗ ਕਰਦੇ ਆ ਰਹੇ ਹਨ। ਤੇ ਆਪ ਜੀ ਨੇ ਵੀ ਭਾਣਾ ਅੰਮ੍ਰਿਤ ਵੇਲਾ ਸਾਨੂੰ ਸੰਭਾਲਣ ਵਾਸਤੇ ਆਪ ਉਹ ਕਰਦੇ ਕਰਕੇ ਦਿਖਾਉਂਦੇ, ਜਿਵੇਂ ਕੋਈ ਪੀਟੀ ਮਾਸਟਰ ਪੀਟੀ ਕਰਦੇ ਹਨ, ਬੱਚਿਆਂ ਨੂੰ ਸਿਖਾਉਂਦੇ ਨੇ। ਨਿਤਨੇਮ ਵੀ ਪੂਰਾ 5 ਬਾਣੀਆਂ ਦਾ ਤਾਂ ਕਰਦੇ ਹੀ ਕਰਦੇ, ਪਰ ਉਹ ਅਵਸਥਾ ਜਿਹੜੀ ਐਸੀ ਉੱਚੀ ਅਵਸਥਾ, ਪਰ ਸਿਖਾਉਣ ਵਾਸਤੇ ਸਾਰਾ ਨੇਮ ਉਸੇ ਤਰ੍ਹਾਂ ਨਿਭਾਉਂਦੇ ਜੋ ਦੱਸਿਆ ਏ। ਤੇ ਇਸ ਤਰ੍ਹਾਂ ਕਰਦੇ ਕਰਦੇ, ਕਿਉਂਕਿ ਉਹਨਾਂ ਦੀ ਅਵਸਥਾ ਐਸੀ ਸਾਸ ਰਸਨ ਵਿਚਰੈ ਹਰ ਨਾਮ ਮਨ ਓ ਤਨ ਸੇ ਸੇ ਨਾਨਕ ਪੂਰਨ ਸੋਈ। ਆਓ ਹੁਣ ਉਹਨਾਂ ਤੋਂ ਹੀ ਆਪਾਂ ਸੁਣੀਏ ਕਿ ਕਿਵੇਂ ਇਸ ਦੇ ਨਾਲ ਸਵਾਸ ਦੇ ਰਾਹੀਂ ਇਹ ਅਭਿਆਸ ਕਰਨਾ। ਆਪਾਂ ਪਹਿਲਾਂ ਸੁਣਾਉਣਾ ਹੈ, ਫਿਰ ਮੌਨ 'ਚ ਰਹਿ ਕੇ, ਕਿਉਂਕਿ ਇਹ ਸਮਾਂ ਉਹਨਾਂ ਦੇ ਸਰੀਰ ਪਰਿਤਿਆਗਦਾ ਹੈ, ਫਿਰ ਅੰਦਰ ਮੌਨ ਵਰਤ 'ਚ ਜਾ ਕੇ ਸ਼ਰਧਾਂਜਲੀ ਅਰਪਣ ਕਰਨੀ ਹੈ। ਬਾਕੀ ਜਿਵੇਂ ਇਹ ਸਾਰਾ ਅੱਗੇ ਪ੍ਰੋਗਰਾਮ ਬਾਬਾ ਜੀ ਦੱਸਣਗੇ। ਸੋ ਆਓ ਸਾਰੇ ਹੁਣ ਪਿਨ ਡ੍ਰੌਪ ਸਾਇਲੈਂਸ 'ਚ ਮਹਾਂਪੁਰਸ਼ ਆਪੇ ਹੀ ਦੱਸਣਗੇ ਕਿ ਕਿਵੇਂ ਤੁਸੀਂ ਕਰਨਾ ਪ੍ਰੈਕਟੀਕਲ ਰੂਪ 'ਚ। ਆਓ ਸੁਣੀਏ। ਪਰ ਇੱਕ ਮੈਂ ਬਹੁਤ ਸੁਖਾਲਾ ਤਰੀਕਾ ਤੁਹਾਨੂੰ ਦੱਸਦਾ। ਤੁਸੀਂ ਸਾਰੇ ਸਾਵਧਾਨ ਹੋ ਕੇ ਸਿੱਧੇ ਹੋ ਕੇ ਬੈਠ ਜਾਓ। ਰੀੜ੍ਹ ਦੀ ਹੱਡੀ ਸਿੱਧੀ ਕਰ ਲਓ, ਫਿਰ ਜਿਹੜਾ ਢਿੱਲਾ ਕਰ ਦਿਓ।
ਬਿੰਗਾ ਨਹੀਂ ਕਰਨਾ, ਢਿੱਲਾ ਕਰ ਦੋ, ਮੋਢੇ ਢਿੱਲੇ ਕਰ ਦੋ। ਹੁਣ ਤੁਸੀਂ ਦੇਖੋ ਵੀ ਸਵਾਸ ਅੰਦਰ ਨੂੰ ਜਾਂਦਾ ਹੈ, ਬਾਹਰ ਨੂੰ ਆਉਂਦਾ, ਸਾਰੇ ਜਾਣਦੇ ਨੇ, ਅਣਜਾਣ ਤੋਂ ਅਣਜਾਣ ਵੀ ਜਾਣਦਾ। ਇਹਦੇ ਬੇਅੰਤ ਤਰੀਕੇ ਨੇ, ਪਰ ਇੱਕ ਸੁਖਾਲਾ ਜਿਹੜਾ ਬਹੁਤ ਸਖੈਨ ਹੈ ਨਾ, ਉਹ ਮੈਂ ਡੈਮੋਨਸਟ੍ਰੇਟ ਕਰਦਾ। ਆਪਾਂ ਜੁਗਤ ਦੀ ਗੱਲ ਕਰਦੇ ਹਾਂ, ਤੁਸੀਂ ਐਡੀ ਦੂਰ ਆਏ ਹੋ, ਸੁਖਾਲੀ ਜੁਗਤ ਹੈ। ਤੁਸੀਂ ਮੇਰੇ ਨਾਲ ਬੋਲਿਓ, ਉਹਦੇ ਨਾਲ ਸਹਿਜੇ ਹੀ ਚੱਲ ਪਏਗੀ। ਹੁਣ ਸੁਣੋ ਇਸ ਨੂੰ ਅੰਦਰ। ਸਵਾਸ ਦੇ ਗੇੜੇ ਜਪ ਲੋ ਵਾਹਿਗੁਰੂ, ਗੇੜੇ ਵਾਹਿਗੁਰੂ। ਸਵਾਸ ਦੇ ਗੇੜੇ ਜਪ ਲੋ ਵਾਹਿਗੁਰੂ, ਸਵਾਸ ਦੇ ਗੇੜੇ ਜਪ ਲੋ ਵਾਹਿਗੁਰੂ। ਸਤਿਗੁਰ ਕਾ ਜੋ ਸਿੱਖ ਅਘਾਇ ਸੋ ਭਲ ਕੇ ਉਠਾਰ, ਨਾਮ ਤੇ ਆਵੈ ਉਦਮ ਕਰੇ ਪਾਲ ਕੇ ਪਰਵਾਤੀ। ਕਰੇ ਅੰਮ੍ਰਿਤ ਚਰਨਾਵੈ, ਦੇਸ ਗੁਰੂ ਹਰ ਹਰ ਜਪ ਜਪ ਸਭ ਕਿਲ ਵੇਖ ਪਾਪ ਦੁਖ ਲੈ ਜਾਵੈ। ਚੜੇ ਦਿਵਸ ਗੁਰਬਾਣੀ, ਤੈਨੇ ਉਠ ਧਿਆਨ ਨਾਮ ਤੇ ਆਵੈ। ਜੋ ਸਾਸ ਗਿਰਾਸ ਧਿਆਈ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਭਾਵੈ ਮਹਾਂਪੁਰਖਾਂ ਵੱਲੋਂ ਸਰੀਰ ਦੇ ਇਸ ਸਮੇਂ ਪਰਿਤਿਆਗ
ਕਰਨ ਦੇ ਸਮੇਂ ਵੀ ਇਹੀ ਉਪਦੇਸ਼ ਆਇਆ, ਕਿਉਂਕਿ ਬਿਨ ਬੈਰਾਗ ਛੂਟ ਸਮਾਇਆ। ਬਹੁਤ ਢੰਗ ਤਰੀਕੇ ਹਨ, ਪਰ ਸਤਿਪੁਰਸ਼ਾਂ ਨੇ ਬਹੁਤ ਸਖਾਲਾ ਕਰ ਦਿੱਤਾ। ਉਹ ਸਮਾਂ ਹੁਣ ਯਾਦ ਆ ਰਿਹਾ ਹੈ ਕਿ ਮਹਾਂਪੁਰਸ਼ ਭਾਣਾ ਵਰਤਾਉਣ ਜਾ ਰਹੇ ਹਨ। ਅੱਜ ਜੋ ਮੌਜੂਦਾ ਸਮੇਂ ਦੇ ਵਿੱਚ ਇਸ ਰੂਹਾਨੀ ਮਿਸ਼ਨ ਦੀ ਪ੍ਰਮੁੱਖ ਤੌਰ ਤੇ ਸੇਵਾ ਸੰਭਾਲ ਕਰ ਰਹੇ ਹਨ, ਇਹਨਾਂ ਨੇ ਫਿਰ ਉਸ ਸਮੇਂ ਸੁਖਮਨੀ ਸਾਹਿਬ ਜੀ ਦਾ ਪਾਠ ਸ਼ੁਰੂ ਕੀਤਾ ਤੇ ਇੱਥੇ ਜਦੋਂ ਆਇਆ ਸ਼ਲੋਕ ਪੜਿਆ ਜਾ ਰਿਹਾ ਹੈ। ਸਰਗੁਣ ਨਿਰਗੁਣ ਨਿਰੰਕਾਰ ਸੁਨਤ ਸਮਾਧੀ ਆਪ ਆਪਨ ਕੀਆ ਨਾਨਕਾ ਪੇਹੀ ਫਿਰ ਜਾਪ। ਹੁਣ ਭਾਵੇਂ ਸਰਗੁਣ ਚ ਜਿਹੜਾ ਸਰਗੁਣ ਹੈ ਇਹ ਤਿੰਨ ਗੁਣਾਂ ਦੇ ਅਧੀਨ ਹੁੰਦਾ ਹੈ। ਤਿੰਨਾਂ 'ਚ ਹੀ ਚੱਲਦਾ, ਰਜਗੁਣ, ਤਮਗੁਣ, ਸਤਗੁਣ। ਪਰ ਨਿਰਗੁਣ ਇਹ ਤਿੰਨ ਗੁਣਾਂ ਤੋਂ ਅਤੀਤ ਹੈ, ਦੂਰ ਹੁੰਦਾ ਹੈ। ਹੁਣ ਸਾਧੂ ਦੇ ਉੱਤੇ ਤਾਂ ਇਹ ਅਸਰ ਨਹੀਂ। ਸੰਤ ਤੁਮਾਰੇ ਤੁਮਰੇ ਪ੍ਰੀਤਮ ਤਿੰਨ ਕੋ ਕਾਲ ਨਾ ਖਾਤੇ। ਕਾਲ ਹੈ ਸਮੇਂ ਦਾ। ਇਹ ਸਮਾਂ ਸਾਡੇ ਤੇ ਵੀ ਆਉਣਾ, ਸਾਰਿਆਂ ਤੇ ਆਉਣਾ, ਪਰ ਮਹਾਂਪੁਰਸ਼ ਉਸ ਦੀ ਤਿਆਰੀ ਦਾ ਢੰਗ ਤਰੀਕਾ ਦੱਸਦੇ ਹਨ। ਤੇ ਐਸੇ ਸਰੀਰ ਦੇ ਵਿੱਚ ਜਿਹੜਾ 17 ਜੂਨ 1918 ਨੂੰ ਤਮੋਟ ਦੀ ਧਰਤੀ ਤੇ ਭਾਗ ਲਾਏ ਸਰੀਰ ਦਾ ਜਨਮ ਹੋਇਆ। ਜਨਮ ਮਰਨ ਦੋਹੂ ਮੈਂ ਨਾਹੀ, ਫਿਰ ਜਨਮਿਆ ਕੌਣ? ਸਰੀਰ। ਮਰਿਆ ਵੀ ਸਰੀਰ, ਪਰ ਉਹ ਮਹਾਂਪੁਰਸ਼ ਤਾਂ ਸਾਧ ਕੀ ਉਪਮਾ ਤਹਿ ਗੁਣ ਤੇ ਦੂਰ, ਤਿੰਨਾਂ ਗੁਣਾਂ ਤੋਂ ਉੱਪਰ ਹੈ। ਇਸੇ ਕਰਕੇ ਉਸ ਦਿਨ ਨੂੰ ਪ੍ਰਕਾਸ਼ ਦਿਹਾੜਾ ਕਿਹਾ ਤੇ ਇਸ ਦਿਨ ਨੂੰ ਜੋਤੀ ਜੋਤ ਸਮਾਉਣ ਦਾ ਦਿਨ ਕਿਹਾ ਜਾਂਦਾ ਹੈ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਐਸੇ ਉਹ ਪਰਮ ਪਿਆਰੇ ਮਹਾਂਪੁਰਸ਼ ਜਦੋਂ ਇਹ ਸ਼ਲੋਕ ਪੜਿਆ ਇਹਨਾਂ ਨੇ ਤਾਂ ਫਿਰ ਉਹਨਾਂ ਨੇ ਕੀ ਕੀਤਾ? ਸਿੱਧੇ ਬੈਠੇ ਹਨ। ਸਵਾਸ ਸਵਾਸ ਰਾਹੀਂ ਤਾਂ ਉਹਨਾਂ ਦੀ ਉਹ ਅਵਸਥਾ ਹੀ ਹੈ ਜਿੰਨਾ ਸਾਸ ਗਰਾਸ ਨ ਵਿਸਰੇ। ਸਾਨੂੰ ਸਿਖਾਇਆ ਉਸ ਸਮੇਂ ਵੀ ਕਿ ਇਸ ਤਰ੍ਹਾਂ ਕਰੋ। ਖੇਡ ਕਰ ਰਹੇ ਨੇ। ਉਹ ਖੇਲੇ ਸਾਮੀ ਮੇਰਾ ਨਿਰਗੁਣ ਹੋ ਕੇ ਜੀ, ਖੇਲੇ ਸਾਮੀ ਮੇਰਾ ਨਿਰਗੁਣ ਹੋ ਕੇ ਖੇਲੇ ਸਾਮੀ ਮੇਰਾ ਗੁਣ ਹੋ ਕੇ, ਹੋ ਖੇਲੇ ਸਾਮੀ ਮੇਰਾ ਗੁਣ ਹੋ ਕੇ, ਗੁਣ ਹੋ ਕੇ। ਖੇਲੇ ਸਾਮੀ ਮੇਰਾ
ਨਿਰਗੁਣ ਹੋ ਕੇ ਗੁਣ ਹੋ ਕੇ ਗੁਣ ਹੋ ਕੇ ਗੁਣ ਹੋ ਕੇ ਤਾਰ ਗੁਣ ਆ ਨਿਰਗੁਣ ਹੋ ਕੇ ਤਾਰ ਗੁਣ ਹੋ ਕੇ ਉਹ ਨਿਰਗੁਣ ਹੋ ਕੇ ਗੁਣ ਹੋ ਕੇ ਗੁਣ ਹੋ ਕੇ ਗੁਣ ਹੋ ਕੇ ਗੁਣ ਹੋ ਕੇ ਤਾਰ ਗੁਣ ਹੋ ਕੇ ਗੁਣ ਹੋ ਕੇ ਤਾਰ ਗੁਣ ਹੋ ਕੇ ਖੇਲੇ स्वामी ਮੇਰਾ ਗੁਣ ਹੋ ਕੇ ਜੀ ਖੇਲੇ स्वामी ਮੇਰਾ ਗੁਣ ਹੋ ਕੇ ਖੇਲੇ ਸਾਮੀ ਮੇਰਾ ਨਿਰਗੁਣ ਹੋ ਕੇ ਤਾਰ ਗੁਣ ਹੋ ਕੇ ਆ ਖੇਲੇ ਸਾਮੀ ਮੇਰਾ ਨਿਰਗੁਣ ਹੋ ਕੇ ਤਾਰ ਗੁਣ ਹੋ ਕੇ ਹਰ ਗੁਣ ਨਿਰਗੁਣ ਨਿਰੰਕਾਰ ਸੁਧ ਸਮਾਧੀ ਆਪ ਆਪਨ ਕੀਆ ਨਾਨਕਾ ਫਿਰ ਜਾਪ ਕੈਸੀ ਖੇਡ ਹੈ ਸਰਗੁਣ ਹੋ ਕੇ ਇਹ ਸਾਕਾਰ ਸਰੂਪ ਦੇ ਵਿੱਚ ਇਸ ਧਰਤੀ ਨੂੰ ਭਾਗ ਲਾਏ ਜਿੱਥੇ ਬੈਸਣ ਸਾਧ ਜਨ ਸੋ ਥਾਨ ਸੁਹੰਦਾ ਜਿੱਥੇ ਅੱਜ ਆਪਾਂ ਬੈਠ ਕੇ ਉਹ ਸਰੀਰਕ ਚੋਲੇ ਦੇ ਬਦਲਣ ਦੇ ਸਮੇਂ ਨੂੰ ਸੰਭਾਲ ਰਹੇ ਆ ਮਹਾਪੁਰਸ਼ ਕਿਤੇ ਗਏ ਤਾਂ ਨਹੀਂ ਉਹਨਾਂ ਦੇ ਪਾਏ ਪੂਰਨਿਆਂ ਤੇ ਇਹ ਸੰਪਰਦਾ ਚੱਲਦੀ ਹੋਈ ਦੇਖ ਲਓ ਰੋਹਾਨੀ ਖੇਤਰ ਉਸ ਦੇ ਵਿੱਚ ਵੀ ਅੱਗੇ ਵਧ ਰਹੀ ਹੈ ਕਿ ਨਹੀਂ ਕੋਈ ਮੈਗਜ਼ੀਨ ਚੱਲਿਆ ਉੱਚਾ ਨਹੀਂ ਕਹਿਣਾ ਮਨ ਮੈਂ ਰਹਿਣਾ ਜਾਣਦੇ ਹੀ ਹੋ ਤੁਸੀਂ 25 ਸਾਲ ਤੋਂ ਇਹ ਚੱਲਦਾ ਹੋਇਆ ਅਪ੍ਰੈਲ 1995 ਵਿਸਾਖੀ ਦੇ ਪਵਿੱਤਰ ਦਿਹਾੜੇ ਤੇ ਨਾਮ ਬਾਣੀ ਦੇ ਪ੍ਰਚਾਰ ਵਾਸਤੇ ਆਪਣੇ ਜੀਵਨ ਸਾਥੀ ਸਾਡੇ ਪਰਮ ਪੂਜਕ ਸਤਿਕਾਰਯੋਗ ਬੀਜੀ ਤੋਂ ਇਹ ਰਿਲੀਜ਼ ਕਰਵਾਇਆ ਲੰਗਰ ਚੱਲੇ ਗੁਰ ਸ਼ਬਦ ਇਹਦੇ 'ਚ ਕਦੇ ਤੋਟ ਨਹੀਂ ਆਈ ਕਿਉਂਕਿ ਇਹਨੂੰ ਜਿਹੜੇ ਚਲਾਉਣ ਵਾਲੇ ਸੰਚਾਲਕ ਨੇ ਬਖਸ਼ਿਸ਼ ਹੈ ਉਹਨਾਂ ਦੀ ਉਹ ਖੇਡ ਵਰਤ ਰਹੀ ਹੈ ਇਹਦੇ ਚੋਂ ਜੁਗਤੀਆਂ ਮਿਲਦੀਆਂ ਨੇ ਅਵਸਥਾ ਨੇ ਕਿਉਂਕਿ ਸਾਡਾ ਜਿਹੜਾ ਮਾਰਗ ਹੈ ਜੋ ਮਹਾਪੁਰਸ਼ਾਂ ਨੇ ਪੁਸਤਕ ਲਿਖੀ ਹੈ ਲਿਖੀ ਤਾਂ ਘੱਟ ਅਨੁਭਵ ਚੋਂ ਆਈ ਬੋਲੀ ਗਈ ਜੋ ਬਚਨ ਆਏ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਮਾਤਾ ਜੀ ਪਰਥਾਏ ਬਚਨ ਕੀਤੇ ਸੁਰਤ ਸ਼ਬਦ ਮਾਰਗ ਸਮਝਾਇਆ ਉਹ ਸਤ ਸੰਗ ਦਾ ਸੰਗ੍ਰਹਿ ਉਹਦੇ ਵਿੱਚ ਡਿਟੇਲ ਚ ਮਹਾਪੁਰਸ਼ਾਂ ਨੇ ਇਹ ਸਾਰੀ ਵਿਚਾਰ ਖੋਲ ਕੇ ਕੀਤੀ ਹੈ ਕਿ ਕਿਵੇਂ ਸਮਦਮ ਅਪਣਾਉਣੇ ਜਮ ਨਿਯਮ ਧਾਰਨ ਕਰਨੇ ਨੇ ਆਸਣ ਸਿੱਧ ਕਰਨਾ ਹੈ ਪ੍ਰਤਿਹਾਰ ਪ੍ਰਾਣਾਯਾਮ ਵੀ ਛੋਟਾ ਜਿਹਾ ਦੱਸਿਆ ਕਿ ਅੰਦਰ ਨੂੰ ਸਵਾਸ ਜਾਂਦੇ ਵਾਹੇ ਬਾਹਰ ਨੂੰ ਆਉਂਦੇ ਗੁਰੂ ਕਿਉਂਕਿ ਪ੍ਰਤਿਹਾਰ ਕਰਨਾ ਮਨ ਦੌੜਦਾ ਏ ਸਵਾਸ ਤੇ ਮਨ ਉਡਣ ਪੰਖੇਰੂ ਬਣਕਾ ਫੇ ਤਾਂ ਹੀ 10 ਮਿੰਟ ਬੋਲ ਕੇ ਕੀਤਾ 10 ਮਿੰਟ ਚੁੱਪ ਕਰਕੇ ਸੁਣਨਾ 45 ਮਿੰਟ ਇੱਥੇ ਅੰਮ੍ਰਿਤ ਵੇਲੇ ਰੋਜ਼ ਇਹ ਪ੍ਰਕਿਰਿਆ ਦੁਹਰਾਈ ਜਾਂਦੀ ਹੈ ਬਾਰ-ਬਾਰ ਰਿਪੀਟ ਕੀਤੀ ਜਾਂਦੀ ਹੈ ਕਿ ਇਸ ਤਰ੍ਹਾਂ ਦੇ ਨਾਲ ਕਰੋ ਸਵਾਸ
ਸਾਥ ਦੇ ਕਿਹੜੇ ਲੋਕ ਗੁਰੂ ਸਾਥ ਦੇ ਕਿਹੜੇ ਗੁਰੂ ਸਵਾਸ ਦੇ ਕਿਹੜੇ ਜਪ ਲੋ ਵਾਹਿਗੁਰੂ ਸਵਾਸ ਦੇ ਕਿਹੜੇ ਜਪ ਲੋ ਵਾਹਿਗੁਰੂ ਸਵਾਸ ਦੇ ਗੇੜੇ ਜਪ ਲੋ ਵਾਹਿਗੁਰੂ ਸਵਾਸ ਦੇ ਗੇੜੇ ਜਪ ਲੋ ਵਾਹਿਗੁਰੂ। ਕਿਵੇਂ ਜਪਣਾ ਹੁਣੇ ਪਿਆਰ ਚ ਬਰਾਗ ਚ ਆਪਾਂ ਜਪਿਆ ਏ। ਇਹ ਤਾਂ ਇੱਕ ਲੈਸਨ ਮਿਲਿਆ ਏ, ਕਮ ਟੂ ਲਰਨ ਗੋ ਟੂ ਸਰਵ। ਜਿਵੇਂ ਸਿੱਖਣ ਵਾਸਤੇ ਆਓ, ਸੇਵਾ ਵਾਸਤੇ ਜਾਓ। ਵਿੱਚ ਦੁਨੀਆ ਸੇਵ ਕਮਾਈਐ ਤਾਂ ਦਰਗਹਿ ਬੈਸਣ ਪਾਈਐ। ਕਹੋ ਨਾਨਕ ਬਾਹਾਂ ਲੜਾਈਐ। ਫਿਰ ਅੱਗੇ ਕੋਈ ਇਹ ਨਹੀਂ ਕਹਿ ਸਕੇਗਾ ਉਹ ਰੇ ਰੇ ਤਰ ਗਏ ਕਹਿ ਨਾ ਕੋ ਆਓ ਬੈਠਿਆ ਦਰ ਸੁਭ ਦਿਓ। ਫਿਰ ਧੰਨ ਧੰਨ ਕਹੇ ਸਭ ਕੋਈ। ਅੱਜ ਧੰਨ ਧੰਨ ਹੋ ਰਹੀ ਹੈ। ਮੁਖ ਉਜਲ ਹਰ ਦਰਗੇ ਸੋਏ। ਪਰ ਅਸੀਂ ਤਾਂ ਇਹ ਕਰਦੇ ਨਹੀਂ। ਇਹ ਵਪਾਰ ਉਹਨਾਂ ਨੇ ਕੀਤਾ ਜਿਨ੍ਹਾਂ ਦੀ ਯਾਦ ਸਾਨੂੰ ਇਹ ਯਾਦ ਕਰਵਾ ਰਹੀ ਹੈ। ਇਹ ਅਸਥਾਨ ਇਸ ਰੂਹਾਨੀ ਮਿਸ਼ਨ ਵਿਸ਼ਵ ਗੁਰਮਤਿ ਰੂਹਾਨੀ ਮਿਸ਼ਨ ਦਾ ਮੁੱਖ ਕੇਂਦਰ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਵਾਸਤੇ ਕਾਇਮ ਕੀਤਾ, ਜਿਸ ਦੇ ਅੱਜ ਇਹ ਮੁਖੀ ਮਹਾਪੁਰਸ਼ ਹੋਰ ਅੱਗੇ ਇਸ ਨੂੰ ਵਧਾ ਰਹੇ ਨੇ। ਹੁਣ ਅੰਮ੍ਰਿਤ ਵੇਲੇ ਇਸ ਜੁਗਤ ਰਾਹੀਂ ਅਭਿਆਸ ਹੁੰਦਾ ਹੈ। ਫਿਰ ਨੇਮ ਦੀਆਂ ਜੋ ਬਾਣੀਆਂ ਅੰਮ੍ਰਿਤ ਵੇਲੇ ਦੀਆਂ 5 ਬਾਣੀਆਂ ਉਹਨਾਂ ਦਾ ਪਾਠ, ਫਿਰ ਉਹਨਾਂ ਦੀ ਵਿਚਾਰ ਲੜੀਵਾਰ ਵੀ ਹੁੰਦੀ ਹੈ। ਆਸਾ ਪੂਰਨ ਵਾਲੀ ਆਸਾ ਜੀ ਕੀ ਵਾਰ ਦਾ ਕੀਰਤਨ ਹੁੰਦਾ ਏ। ਤੇ ਧਰਤੀ ਤੇ ਜਦੋਂ ਇਸ ਤੇ ਦੇਖੀ ਦਾ ਅੰਮ੍ਰਿਤ ਵੇਲੇ ਜਦੋਂ ਦਿਨ ਚੜ੍ਹਦਾ ਏ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ। ਇੱਧਰ ਨੂੰ ਚਲੇ ਜਾਓ, ਉਧਰ ਜਿੱਧਰ ਮਹਾਪੁਰਸ਼ਾਂ ਦਾ ਤਪ ਸਥਾਨ ਹੈ, ਕੁਟੀਆ ਏ, ਉੱਥੇ ਕੀ ਹੁੰਦਾ ਹੈ? ਉਹ ਸਾਰੀ ਕੁਦਰਤ ਹੀ ਇਹ ਕਰਦੀ ਨਜ਼ਰ ਆਉਂਦੀ ਹੈ। ਉਹ ਨਾਮ ਹਰੀ ਦਾ ਜਪਦੀ ਸਾਰੀ ਕੁਦਰਤ ਹਰੀ ਕੁਦਰਤ। ਨਾਮ ਹਰੀ ਦਾ ਜਪਦੀ ਹਰੀ ਕੁਦਰਤ ਹਰੀ ਕੁਦਰਤ। ਓ ਨਾਮ ਹਰੀ ਦਾ ਜਪਦੀ ਸਾਰੀ ਕੁਦਰਤ ਸਾਰੀ ਕੁਦਰਤ। ਓ ਨਾਮ ਹਰੀ ਦਾ ਜਪਦੀ ਸਾਰੀ ਕੁਦਰਤ ਸਾਰੀ ਕੁਦਰਤ। ਨਾਮ ਹਰੀ ਦਾ ਜਪਦੀ ਸਾਰੀ ਕੁਦਰਤ ਸਾਰੀ ਕੁਦਰਤ। ਨਾਮ ਹਰੀ ਦਾ ਜਪਦੀ ਸਾਰੀ ਕੁਦਰਤ ਸਾਰੀ ਕੁਦਰਤ। ਕਿਵੇਂ ਜਪਦੀ ਬਲਿਹਾਰੀ। ਕੁਦਰਤ ਵਸਿਆ ਕੁਦਰਤ ਦਿਸੈ, ਕੁਦਰਤ ਸੁਣਿਆ ਕੁਦਰਤ ਭਉ ਸੁਖ ਸਾਰ। ਕਿੰਨਾ ਫਿਰ ਅੱਗੇ ਸੁਣਨੇ ਬਿਸਮਾਤ। ਨਾਨਕ ਭਗਤਾਂ ਸਦਾ ਵਿਗਾਸ ਖੁਸ਼ੀ ਖੇੜਾ। ਆਨੰਦ ਵਰਤ ਜਾਂਦਾ ਸੁਰਤ ਸ਼ਬਦ ਮਾਰਗ। ਕਿਵੇਂ ਅੱਗੇ ਵਧਦੇ ਆ ਇਸ ਤੇ। वो जैसे जल में कमल निरालम राई में सुरत शब्द पब सागर। ਨਾਨਕ ਨਾਮ ਬਖਾਨੈ। ਸੁਰਤ ਇਸ ਗੱਲ ਦੀ ਇਹ ਆਸ਼ਕ ਹੈ, ਇਹਨੂੰ ਇਸ਼ਕ ਹੈ, ਪਿਆਰ ਹੈ।
ਅੰਮ੍ਰਿਤ ਵੇਲੇ ਕੌਣ ਪਿਆਰ ਵਾਲੇ ਹੀ ਉੱਠਦੇ ਨੇ ਰੱਤੇ, ਇਸ਼ਕ ਖੁਦਾਏ ਰੰਗ ਦੀਦਾਰ ਕੇ। ਹੁਣ ਦਿਨ ਵੀ ਚੜਦਾ ਏ, ਸੁਰਤ ਬਾਹਰ ਨੂੰ ਆਉਂਦੀ ਹੈ, ਚਿੜੀ ਚੌਕੀ ਪੌ ਫੁੱਟੀ ਵਗਣ ਬਹੁਤ ਰੰਗ। ਅਚਰਜ ਰੂਪ ਸੰਤਨ ਰਚੇ ਨਾਨਕ ਨਾਮੇ ਰੰਗ, ਸਵਾਸ ਦੀ ਮਦਦ ਦੇ ਨਾਲ ਸੁਰਤ ਨੂੰ ਚੁੱਕਿਆ ਸ਼ਬਦ ਹੈ ਧੁਨ। ਸੁਰਤ ਉਸ ਪਾਸੇ ਵੱਲ ਜਾਓ ਜਿੱਧਰੋਂ ਧੁਨ ਦੀ ਆਵਾਜ਼ ਆਊ। ਮਹਾਂਪੁਰਸ਼ਾਂ ਨੇ ਇਹ ਵੀ ਪ੍ਰਤੀਕ ਇੱਕ ਡੈਮੋਸਟ੍ਰੇਟ ਕਰਕੇ ਦਿਖਾਇਆ ਕਿ ਧੁਨ ਬਣਾ ਲਓ, ਅੰਦਰ ਨੂੰ ਜਾਂਦਾ ਵਾਹੇ, ਬਾਹਰ ਨੂੰ ਆਉਂਦਾ ਗੁਰੂ। ਹੁਣ ਸਵਾਸ ਅੰਦਰ ਸੁਣਨਾ ਸ਼ੁਰੂ ਹੋ ਗਿਆ, ਮੰਤਰ ਗੁਰੂ ਦਾ। ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ। ਫਿਰ ਉਹ ਦੱਸਦੇ ਕਿ ਡੂੰਘਾ ਸਵਾਸ ਲਓ। ਮਹਾਂਪੁਰਸ਼ ਕਈ ਵਾਰੀ ਮੌਜ ਵਿੱਚ ਬੈਠ ਕੇ ਦੱਸਦੇ ਕਿ ਮੈਨੂੰ 1 ਮਿੰਟ 'ਚ 6 ਸਵਾਸ ਆਉਂਦੇ ਨੇ, ਨਹੀਂ ਤਾਂ ਕੀ ਹੈ ਚਲਤ 18 ਬੈਸਤ 12 ਸੋਵਤ 24 ਜਾਤ, ਗੁੱਸੇ 'ਚ 32 ਮੈਥਨ 'ਚ 64 ਸਵਾਸ ਨਸ਼ਟ ਹੁੰਦੇ ਨੇ। ਪਰ ਜਿੰਨਾ ਡੂੰਘਾ ਸਵਾਸ ਪੇਟ ਤੋਂ ਲਓ ਉਨੀ ਸ਼ਾਂਤੀ ਵਰਤ ਜਾਂਦੀ ਹੈ। ਤੇ ਸਵਾਸ ਦੀ ਮਦਦ ਨੂੰ ਲੈ ਕੇ ਸੁਰਤ ਨੂੰ ਉੱਚਾ ਚੁੱਕਣਾ, ਸ਼ਬਦ ਨਾਲ ਜੋੜ ਦੇਣਾ। ਇਹ ਪੁਸਤਕ ਜ਼ਰੂਰ ਪੜ੍ਹਿਓ, ਕਿੰਨੀ ਵਾਰੀ ਛਪ ਚੁੱਕੀ ਹੈ। ਇਹਦੀ ਸ਼ਾਰਟੇਜ ਹੀ ਰਹਿੰਦੀ ਹੈ ਕਿਉਂਕਿ ਜਗਿਆਸੂ ਜਨ ਇੰਗਲਿਸ਼ 'ਚ, ਹਿੰਦੀ 'ਚ, ਹੋਰ ਭਾਸ਼ਾਵਾਂ 'ਚ ਛਾਪੀ ਗਈ ਹੈ ਤੇ ਤੋਂ ਜਾਂਚ ਮਿਲਦੀ ਹੈ। ਉਹ ਉਪਦੇਸ਼ ਧੰਨ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਦਾ ਜੋ ਮਾਤਾ ਜੀ ਪਰਥਾਏ ਆਇਆ, ਮਹਾਂਪੁਰਸ਼ਾਂ ਨੇ ਦ੍ਰਿੜ ਕਰਵਾਇਆ। ਇਸ ਤਰ੍ਹਾਂ ਪਤਾ ਲੱਗ ਜਾਂਦਾ ਕਿ ਸਵਾਸ ਦੀ ਮਦਦ ਲੈ ਕੇ ਸੁਰਤ ਨੂੰ ਉੱਚਾ ਚੁੱਕਿਆ, ਸ਼ਬਦ ਨਾਲ ਜੋੜ ਦਿੱਤਾ। ਇੱਕ ਵਾਰੀ ਵਸ ਆ ਗਈ ਸੁਰਤ ਸ਼ਬਦ ਦੇ, ਫਿਰ ਉਹਨੂੰ ਛੱਡਦਾ ਨਹੀਂ। ਤੇ ਖੇਡਾਂ ਵਰਤਦੀਆਂ ਹਨ ਕੈਸੀਆਂ ਕੈਸੀਆਂ, ਫਿਰ ਤਾਲਾ ਦੁਆਲਾ ਵਾਤਾਵਰਨ। ਤੁਸੀਂ ਆਪਣੇ ਕੰਮਾਂ ਕਾਰਾਂ ਦਾ ਪਰਿਤਿਆਗ ਕਰਕੇ ਕਿੱਡੀ ਕਿੱਡੀ ਦੂਰ ਤੋਂ ਆਏ, ਜਿਹੜੇ ਨਹੀਂ ਵੀ ਆਏ ਦੇਸ਼ਾਂ ਵਿਦੇਸ਼ਾਂ ਤੋਂ, ਦੂਰਾਂ ਤੋਂ, ਫਲਾਈਟਾਂ ਦੇ ਵਿੱਚ ਨਹੀਂ ਆ ਸਕੇ, ਬੰਦ ਨੇ ਕਰੋਨਾ ਕਰਕੇ, ਉਹ ਮਨ ਕਰਕੇ ਇੱਥੇ ਹੀ ਹਾਜ਼ਰੀ ਭਰ ਰਹੇ ਨੇ। ਮਨ ਦੀ ਉਹ ਹਾਜ਼ਰੀ ਹੈ ਕਿਉਂਕਿ ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿਧ ਹੋਏ, ਮਨ ਹੀ ਮਨ ਸਿਉ ਕਹੇ ਕਬੀਰਾ, ਮਨ ਸਾ ਮਿਲਿਆ ਨਾ ਕੋਏ। ਫਿਰ ਕੈਸੀ ਖੇਡ 10 ਦੁਆਰਾ ਅਗਵਾ ਪਾਰਾ, ਪਰਮ ਪੁਰਖ ਕੀ ਘਾਟੀ ਅਨਹਤ ਬਾਣੀ, ਥਾਨ ਨਰਾਲਾ ਤਾਂ ਕਿ ਧੁਨ ਮੋਹੇ ਗਵਾਲਾ। ਫਿਰ ਐਸੀਆਂ ਅਵਸਥਾਵਾਂ ਪ੍ਰਾਪਤ ਹੋ ਜਾਂਦੀਆਂ ਨੇ। ਉਹ ਨਾਮ ਹਰੀ ਦਾ ਜਪਦੇ ਸਾਰੇ ਬਣਾ ਦੇ ਪੰਖੇਰੂ, ਨਾਮ ਹਰੀ ਦਾ ਜਪਦੇ ਬਣਾ ਦੇ ਪੰਖੇਰੂ। ਨਾਮ ਹਰੀ ਦਾ ਜਪਦੇ ਸਾਰੇ ਬਣਾ ਦੇ ਪੰਖੇਰੂ, ਨਾਮ ਹਰੀ ਦਾ ਜਪਦੇ ਸਾਰੇ ਬਣਾ ਦੇ ਪੰਖੇਰੂ। ਨਾਮ ਹਰੀ ਦਾ ਜਪਦੇ ਸਾਰੇ ਬਣਾਏ ਪੰਖੇਰੂ, ਨਾਮ ਹਰੀ ਦਾ ਜਪਦੇ ਸਾਰੇ ਬਣਾਏ ਪੰਖੇਰੂ। ਜੀ ਨਾਮ ਹਰੀ ਦਾ ਜਪਦੇ ਹਰੇ ਹੰਦੇ, ਹਮ ਹਰੀ ਦਾ ਜਪਦੇ ਰੇ ਦੇ ਪੰਖੇਰੂ। ਨਾਮ ਹਰੀ ਦਾ ਜਪਦੇ ਸਾਰੇ ਬਣਾ ਦੇ ਪੰਖੇਰੂ, ਨਾਮ ਹਰੀ ਦਾ ਜਪਦੇ ਸਾਰੇ ਬਣਾ ਦੇ ਪੰਖੇਰੂ। ਨਾਮ ਹਰੀ ਦਾ ਜਪਦੇ ਸਾਰੇ ਬਣਾ ਦੇ ਪੰਖੇਰੂ, ਨਾਮ ਹਰੀ ਦਾ ਜਪਦੇ ਸਾਰੇ ਬਣਾ ਦੇ ਪੰਖੇਰੂ। ਉਹ ਬਣਾ ਦੇ ਪੰਖੇਰੂ ਹਰੇ ਹੰਦੇ ਪੰਖੇਰੂ, ਦੇ ਪੰਖੇਰੂ ਹਰੇ ਹੰਦੇ ਪੰਖੇਰੂ। ਬਣਾ ਦੇ ਪੰਖੇਰੂ ਸਾਰੇ ਬਣਾ ਦੇ
ਬਣਾ ਦੇ ਪੰਖੇਰੂ, ਬਣਾ ਦੇ ਪੰਖੇਰੂ ਰੇ, ਆਂਦੇ ਪੰਖੇਰੂ। ਬਣਾ ਦੇ ਪੰਖੇਰੂ ਸਾਰੇ, ਬਣਾ ਦੇ ਪੰਖੇਰੂ, ਬਣਾ ਦੇ ਪੰਖੇਰੂ ਸਾਰੇ, ਬਣਾ ਦੇ ਪੰਖੇਰੂ। ਬਣਾ ਦੇ ਪਕੇਰੂ ਸਾਰੇ, ਬਣਾ ਦੇ ਪਕੇਰੂ, ਬਣਾ ਦੇ ਪਕੇਰੂ ਸਾਰੇ, ਬਣਾ ਦੇ ਪਕੇਰੂ। ਨਾਮ ਹਨੀ ਦਾ ਜਪਦੇ ਰੇ ਜੀ, ਨਾਮ ਹਰੀ ਦਾ ਜਪਦੇ ਰੇ, ਸੰਤੇ ਪੰਖੇਰੂ। ਨਾਮ ਹਰੀ ਦਾ ਜਪਦੇ ਸਾਰੇ, ਬਣਾ ਦੇ ਪੰਖੇਰੂ। ਨਾਮ ਹਰੀ ਦਾ ਜਪਦੇ ਸਾਰੇ, ਬਣਾ ਦੇ ਪੰਖੇਰੂ। ਨਾਮ ਹਰੀ ਦਾ ਜਪਦੇ ਸਾਰੇ, ਬਣਾ ਦੇ ਪਕੇਰੂ। ਨਾਮ ਹਰੀ ਦਾ ਜਪਦੇ ਸਾਰੇ, ਬਣਾ ਦੇ ਪਕੇਰੂ। ਜੋ ਬੋਲਤ ਹੈ ਮਿਰਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਹਰ ਹਟ ਪੀ ਤੂੰ ਕਰੈ, ਬੋਲੇ ਭਲੀ ਬਾਣ। ਸੋ ਹੁਣ ਪਿਆਰੀ ਮਿੱਠੀ ਬੋਲੀ ਚ ਜੋ ਇਸ ਮਿਸ਼ਨ ਦੇ ਮੌਜੂਦਾ ਪ੍ਰਮੁੱਖ ਸੇਵਾਦਾਰ ਹਨ, ਉਹ ਇਹ ਸਾਰੀਆਂ ਅਵਸਥਾਵਾਂ ਵਰਣਨ ਕਰਨਗੇ ਕਿ ਕਿਵੇਂ ਗੁਰਮੁਖ ਰੋਮ ਰੋਮ ਹਰ ਧਿਆਵੇ, ਕਿ ਕਿਵੇਂ ਧਿਆਨ 'ਚ ਬੈਠਣਾ, ਕਿਵੇਂ ਅਵਸਥਾਵਾਂ ਪ੍ਰਾਪਤ ਹੁੰਦੀਆਂ ਹਨ। ਸੋ ਇਸ ਕਰਕੇ ਐਸੇ ਸਮੇਂ ਤੇ, ਕਿਉਂਕਿ ਪਿਆਰ 'ਚ ਤਾਂ ਕੁਰਬਾਨੀ ਹੈ, ਸਮਰਪਿਤ ਹੈ। ਜਿਵੇਂ ਉਸ ਦੂਰ ਬੈਠੇ ਪ੍ਰੇਮੀ ਨੇ ਵੀ ਇਹਨਾਂ ਦੇ ਪਿਆਰ ਵਿੱਚ ਇਹ ਆਫਰ ਕੀਤੀ ਹੈ, ਬੇਨਤੀ ਕੀਤੀ ਹੈ, ਪੇਸ਼ਕਸ਼ ਕੀਤੀ ਹੈ ਕਿ ਅੱਜ ਦੇ ਇਸ ਦਿਨ ਤੇ ਤੁਸੀਂ ਆਪ ਤਾਂ ਮੈਂਬਰ ਬਣੇ ਹੀ ਹੋ, ਪਿਆਰ ਵਾਲੇ ਹੋ ਸਾਰੇ, ਹੋਰਨਾਂ ਨੂੰ ਵੀ ਬਣਾਓ। ਇਸ ਕਨਸੈਸ਼ਨ ਦਾ ਜੋ ਡਾਕਟਰ ਸਾਹਿਬ ਨੇ ਦਿੱਤੀ ਹੈ ਲਾਹਾ ਲਓ, ਫਿਰ ਅਰਦਾਸ ਵੀ ਕਰੋ ਕਿ ਉਹਨਾਂ ਦੀਆਂ ਕਮਾਈਆਂ 'ਚ ਵੀ ਬਰਕਤਾਂ ਪੈਣ। ਪਹਿਲਾਂ ਹੀ ਬਹੁਤ ਬਰਕਤਾਂ ਹਨ, ਹੋਰ ਪਾਉਣ ਸਤਿਗੁਰੂ ਜੀ। ਸੋ ਇੰਨੀਆਂ ਸੇਵਾਵਾਂ ਪ੍ਰਵਾਨ ਕਰਨੀਆਂ, ਬੋਲਦਿਆਂ ਅਨੇਕਾਂ ਹੀ ਭੁੱਲਾਂ ਹੋ ਜਾਂਦੀਆਂ ਨੇ, ਮੁਆਫ ਕਰ ਦੇਣੀਆਂ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਸਾ ਕੀਰਤਨ ਕਰ ਮਨ ਮੇਰੇ, ਇਹਾਂ ਉਹਾਂ ਜੋ ਕਾਮ ਤੇਰੇ। ਮਹਾਂਪੁਰਸ਼ਾਂ ਵੱਲੋਂ ਦਰਸਾਈਆਂ ਨਾਮ ਦੀਆਂ ਜੁਗਤੀਆਂ ਸਤਿਕਾਰਯੋਗ ਬਾਬਾ ਹਰਪਾਲ ਸਿੰਘ ਜੀ ਰਤਵਾੜਾ ਸਾਹਿਬ ਵਾਲੇ ਆਪ ਜੀ ਨਾਲ ਸਾਂਝੀਆਂ ਕਰ ਰਹੇ ਸੀ। ਸਮਾਂ ਕਿਸੇ ਦਾ ਮੁਹਤਾਜ ਨਹੀਂ, ਬਹੁਤ ਹੀ ਆਨੰਦ ਬਣਿਆ ਹੈ। ਹੁਣ ਸਮਾਂ ਹੈ ਇਸ ਸੰਸਥਾ ਦੇ ਮੁਖੀ ਮਹਾਂਪੁਰਸ਼ਾਂ ਦਾ, ਇਸ ਸੰਸਥਾ ਦੇ ਬਾਨੀ ਮਹਾਂਪੁਰਖਾਂ ਨੇ ਜਿਨ੍ਹਾਂ ਦੀਆਂ ਡਿਊਟੀਆਂ ਲਾਈਆਂ ਨੇ ਕਿ ਗੁਰੂ ਕਲਗੀਧਰ ਮਹਾਰਾਜ ਜੀ ਤੋਂ ਅੱਗੇ ਚੱਲ ਕੇ ਪੰਜ ਪਿਆਰਿਆਂ ਦੇ ਮੁਖੀ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਤੋਂ ਆਰੰਭ ਹੋ ਕੇ ਇਹ ਸੰਪਰਦਾ ਪਹੁੰਚੀ ਹੈ। ਇਹਨੂੰ ਇਸੇ ਤਰ੍ਹਾਂ ਨਿਰੰਤਰ ਅੱਗੇ ਤੋਰਨਾ ਹੈ। ਉਹਨਾਂ ਦੀਆਂ ਬਖਸ਼ਾਂ, ਉਹਨਾਂ ਦੀਆਂ ਰਹਿਮਤਾਂ ਸਦਾ ਸਾਡੇ ਨਾਲ ਨੇ। ਸੰਗਤ ਬਹੁਤ ਪਿਆਰ ਸ਼ਰਧਾ ਵਾਲੀ ਹੈ। ਤੁਹਾਡੇ ਪਿਆਰ, ਤੁਹਾਡੀ ਸ਼ਰਧਾ ਨੂੰ ਕਿਸੇ ਅੱਖਰਾਂ ਜਾਂ ਬੋਲੀ ਵਿੱਚ ਵਰਣਨ ਨਹੀਂ ਕੀਤਾ ਜਾ ਸਕਦਾ। ਕਿਸੇ ਬੋਲੀ ਦੀ ਅੱਖਰਾਂ ਦੀ ਮੁਹਤਾਜ ਨਹੀਂ ਤੁਹਾਡਾ ਪਿਆਰ ਤੇ ਸ਼ਰਧਾ। ਸੋ ਜਿਸ ਤਰ੍ਹਾਂ ਪਿਆਰ ਦੇ ਨਾਲ ਆਪ ਜੁੜ ਕੇ ਬੈਠੇ ਹੋ, ਆਪ ਧੰਨਤਾ ਦੇ ਯੋਗ ਹੋ। ਆਤਮ ਮਾਰਗ ਮੈਗਜ਼ੀਨ ਦੀ ਸਟਾਲ ਲੱਗੀ ਹੈ ਤੇ ਕੱਲ੍ਹ ਵੀ ਲੱਗੀ ਰਹਿਣੀ ਹੈ। 100 ਰੁਪਈਆ ਆਪਣੀ ਪਵਿੱਤਰ ਕਮਾਈ 'ਚੋਂ ਉੱਥੇ ਜਮ੍ਹਾਂ ਕਰਾ ਕੇ 200 ਰੁਪਈਆ ਡਾਕਟਰ ਸਾਹਿਬ ਦੀ ਸੇਵਾ ਹੈ USA ਵਾਲਿਆਂ ਦੀ, ਉਹ ਆਪ ਜੀ ਨੇ ਜ਼ਰੂਰ ਲਾਭ ਉਠਾਉਣਾ ਹੈ। ਸੋ ਮਹਾਂਪੁਰਖਾਂ ਦੇ ਪਿਆਰ ਦੇ ਵਿੱਚ ਆਪ ਗੁੜੁੰਦ ਹੋ ਕੇ ਬੈਠੇ ਹੋ। ਜਿੰਨਾ ਸਮਾਂ ਹੋਰ ਅੱਜ ਦਾ ਪ੍ਰੋਗਰਾਮ ਚੱਲੇਗਾ ਇਸੇ ਤਰ੍ਹਾਂ ਆਨੰਦ ਮਾਣੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।